ਵਿੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਤਮ ਗਿਆਨ ਪ੍ਰੋਗਰਾਮ ਦੀ ਅਗਲੀ ਕਿਸ਼ਤ ਲੈ ਕੇ ਹਾਜ਼ਰ ਹਾਂ। ਪਿਛਲੇ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਵਿਸਤਾਰਪੂਰਵਕ ਆਪਾਂ ਚਰਚਾ ਕੀਤੀ ਸੀ 10ਵੇਂ ਦੁਆਰ ਦੇ ਉੱਤੇ, 10ਵੇਂ ਹਿੱਸੇ ਦੇ ਉੱਤੇ, ਅਤੇ ਬੈਂਸ ਸਾਹਿਬ ਨੇ ਬੜੀ ਚਰਚਾ ਕੀਤੀ ਸੀ, ਵਿਸਤਾਰਪੂਰਵਕ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ 10ਵਾਂ ਦੁਆਰ ਉਹਦੀ ਵਿਧੀ ਦੱਸਣ ਦੀ ਕੋਸ਼ਿਸ਼ ਕੀਤੀ ਸੀ। ਨਾਲ ਹੀ ਯੋਗੀਆਂ ਤੋਂ ਕਿਉਂ ਡਿਫਰੈਂਟ ਅਸੀਂ ਉਹਦੇ ਬਾਰੇ ਵੀ ਵਿਚਾਰ ਚਰਚਾ ਕੀਤੀ ਸੀ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਗਲੀ ਜਿਹੜੀ ਚਰਚਾ ਆ ਉਹ ਵੀ ਅਸੀਂ 10ਵਾਂ ਦੁਆਰ ਦੇ ਉੱਤੇ ਕਰਨੀ ਆ। ਕੁਛ ਗੱਲਾਂ ਰਹਿ ਗਈਆਂ ਸੀ ਅਤੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਸਰਦਾਰ ਗੁਰਜੀਤ ਸਿੰਘ ਬੈਂਸ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨੇ ਤੁਹਾਨੂੰ ਜਿਹੜਾ ਦਿੱਤਾ ਉਹ ਮੰਨਣਾ, ਹੋਰ ਕਿਸੇ ਐਵੇਂ ਨਹੀਂ ਵਗੈਰੇ ਤੁਸੀਂ ਮੰਨ ਲੈਣਾ। ਉਹ ਨਾਂ ਜਿਹੜਾ ਹੈਗਾ ਉਹ ਚੱਲੂਗਾ। ਕਹਿੰਦੇ ਉਹ ਜਿਹੜਾ ਹੈਗਾ ਗੁਰਪ੍ਰਸਾਦ ਉਹ ਹੀ ਭਰਮ ਮੁਕਾ ਸਕਦਾ। ਤੁਸੀਂ ਕੀ ਕਰ ਰਹੇ ਹੋ? ਕਦੇ ਪਹਾੜਾਂ 'ਤੇ ਚੜ੍ਹ ਜਾਂਦੇ ਹੋ, ਕਦੇ ਤੁਸੀਂ ਸਾਊਥ ਵੱਲ ਚਲੇ ਜਾਂਦੇ ਹੋ, ਘੁੰਮੀ ਜਾਓ। ਮਨ ਘੁੰਮ ਰਿਹਾ ਨਾਲ, ਉਹ ਠਾਂ ਤਾਂ ਆ ਨਹੀਂ ਰਿਹਾ। ਤੁਸੀਂ ਠਾਠ ਤੀਰ ਥਾਪ ਲਈ, ਉਹਨਾਂ ਦੇ ਠਾਂ ਆ ਗਿਆ ਤੁਹਾਡਾ ਮਨ। ਅਸੀਂ ਦੱਸਦੇ ਹਾਂ ਮਨ ਕਿਵੇਂ ਠਾਂ ਲਿਆਈਦਾ। ਇਹ ਸਾਰਿਆਂ ਲਈ ਉਪਦੇਸ਼ ਹੈ, ਸਾਰੀ ਯੂਨੀਵਰਸਲ ਇਹ ਉਪਦੇਸ਼ ਹੈ ਜੀ। ਬਿਨ ਗੁਰ ਭਰਮੇ ਆਵੇ ਜਾਏ। ਕੋਈ ਵੀ ਜਿਹੜਾ ਜੀਵ ਜੰਮਿਆ ਇਸ ਧਰਤੀ 'ਤੇ, ਚਾਹੇ ਜਿੱਥੇ ਮਰਜ਼ੀ ਜੰਮਿਆ, ਜੇ ਉਹਦੇ ਕੋਲ ਗੁਰ ਨਹੀਂ ਹੈ, ਉਹਦੀ ਭਾਸ਼ਾ 'ਚ ਗੁਰ ਸਮਝਾ ਦਿਓ ਉਹਨੂੰ, ਉਹਦਾ ਆਵਣ ਜਾਵਣ ਰੁਕੇ ਨਹੀਂ ਸਕਦਾ। ਆਵਣ ਜਾਵਣ ਕੱਟਣਾ ਆਏ ਆ। ਅੱਗੇ ਸਾਡੇ ਕੋਲ ਤਾਂ ਗੁਰ ਹੈਗਾ, ਅਸੀਂ ਘੱਟੋ ਘੱਟ ਅਸੀਂ ਤਾਂ ਕੱਟੀਏ ਨਾ। ਬਿਨ ਗੁਰ ਘਾਲ ਨਾ ਪਵੇ ਥਾਂਏ। ਕੋਈ ਰਾਤ ਨੂੰ ਜਾਗਦਾ ਫਿਰਦਾ, ਕੋਈ ਦਿਨੇ ਜਾਗਦਾ ਫਿਰਦਾ, ਕੋਈ ਪੁੱਠਾ ਲਟਕਦਾ ਫਿਰਦਾ, ਕੋਈ ਧੂਣੀਆਂ ਤਾਪਦਾ ਫਿਰਦਾ। ਕੀ ਹੋ ਗਿਆ ਉਹਦੇ ਨਾਲ? 9 ਦੁਆਰੇ ਦੇ ਸਰੀਰ ਨੂੰ ਕਸ਼ਟ ਦੇਈ ਜਾਂਦੇ ਹੋ। ਸਾਂਪ, ਉਹ ਕਹਿੰਦੇ ਬਿਰਮੀ ਮਾਰੇ ਸਾਂਪ ਨਾ ਮਰੇ। ਬਿਰਮੀ ਨੂੰ ਨਾ ਕੁੱਟੋ, ਸੱਪ ਦੇ ਸੱਟ ਮਾਰੋ। ਆ ਗੁਰ ਮਾਰੂਗਾ ਸੱਪ ਦੇ ਸੱਟ, ਆ ਜਾਊਗਾ ਅੱਗੇ। ਆਪਾਂ ਕਹਿੰਦੇ ਆ ਜਿਹੜੇ ਪਿੰਡਾਂ, ਉਹ ਸਿਰੇ ਸਿਰੀ 'ਤੇ ਮਾਰੋ। ਆ ਮਾਰਨਗੇ ਹੁਣ ਸਿਰੀ 'ਤੇ, ਦੇਖ ਲਓ। ਡੰਡਾ ਚੱਕ ਲਿਆ, ਮੈਂ ਅੰਦਰ ਲੈ ਕੇ ਟੇਕ ਤੇਰਾ ਨਾਮ। ਹਾਂ, ਦੂਸਰੀ ਜਗ੍ਹਾ ਉਹ ਕਹਿੰਦੇ ਆ ਵੀ ਇਹਨੂੰ ਉਹ ਵੀ ਦੱਸਦੇ ਆ, ਰਾਮਚੰਦ ਕੀ ਲਸ਼ਟਕਾ ਜਿਨ ਕਾਟਿਆ ਰੋਗ। ਲਸ਼ਟਕਾ ਹੁੰਦੀ ਹੈ ਅੰਨੇ ਦੇ ਤੁਰਨ ਲਈ ਜਿਹੜਾ ਸਹਾਰਾ ਦਿੰਦੀ ਹੈ। ਇਹ ਰਾਮਚੰਦ ਕੀ ਲਸ਼ਟਕਾ ਵੀ ਹੈ ਗੁਰਬਾਣੀ। ਇਹਨੂੰ ਕੇਸ ਉਹ ਬਚਾਉਣੀ ਵੀ ਲਿਖਿਆ ਹੋਇਆ, ਇਹਦੇ ਹੀ ਬਹੁਤ ਨਾਮ ਹੈ ਗੁਰਬਾਣੀ 'ਚ। ਬਿਨ ਗੁਰ ਮਨੁਆ ਅੱਤ ਡੋਲਾਈ। ਇੱਕ ਥਾਂ ਤਾਂ ਆ ਹੀ ਨਹੀਂ ਸਕਦਾ। ਬਥੇਰੇ ਮਾਲਾ ਫੇਰੀ ਲੋਕਾਂ ਨੇ, ਇਹ ਅੱਖਰ ਰਟਿਆ, ਇਹ ਧਿਆਨ ਲਾਇਆ, ਜਿੰਨੇ ਕੁ ਤਰੀਕੇ ਗੁਰਬਾਣੀ 'ਚ ਦੱਸੇ, ਕਿਸੇ ਨਾਲ ਵੀ ਨਹੀਂ ਆਇਆ। ਕਿਉਂਕਿ ਗੁਰ ਤੋਂ ਬਿਨਾਂ ਨਹੀਂ ਆਉਂਦਾ। ਇਹਨੂੰ ਗਿਆਨ ਦੀ ਕਮੀ ਹੈ। ਗਿਆਨ ਇਹ ਜਦ ਲਊਗਾ, ਇਹਦੀ ਭੁੱਖ ਵੀ ਜਾਊ, ਇਹਦੀ ਪਿਆਸ ਵੀ ਜਾਊ। ਹੁਣ ਗਿਆਨ ਇਹਨੂੰ ਦੇ ਨਹੀਂ ਰਹੇ, ਇਹਦਾ ਸਾਨੂੰ ਸਰੂਪ ਹੀ ਨਹੀਂ ਪਤਾ। ਮਨ ਤੂੰ ਜੋ ਸਰੂਪ ਹੈ, ਜੋ ਦਾ ਮਤਲਬ ਗਿਆਨ ਹੁੰਦਾ। ਬਈ ਤੂੰ ਗਿਆਨ ਸਰੂਪ ਹੈ, ਆਪਣਾ ਗਿਆਨ ਪੂਰਾ ਕਰ। ਹੋਰ ਤੇਰਾ ਸਰੂਪ ਅਸੀਂ ਤਾਂ ਨਹੀਂ ਜਾਣਦੇ। ਜਿਹੜਾ ਗੁਰੂ ਹੈ ਉਹ ਤਾਂ ਗੁਰ ਤੋਂ ਹੀ ਬਣੇ ਅੱਗੇ ਅੱਖਰ। ਜਿਹੜਾ ਜਿਹਦੇ ਕੋਲ ਸਾਰੇ ਹੀ ਗੁਰ ਹੈ ਦੁਨੀਆ ਦੇ, ਉਹ ਗੁਰੂ ਹੁੰਦਾ, ਉਹ ਪਰਮੇਸ਼ਰ ਹੁੰਦਾ। ਬਿਨ ਗੁਰ ਤ੍ਰਿਪਤ ਨਹੀਂ ਬਿਖ ਹੈ। ਹੁਣ ਮਾਇਆ ਬਿਖ ਹੈ। ਕਿਉਂ ਬਿਖ ਹੈ? ਕਿਉਂਕਿ ਇਹਦੇ ਨਾਲ ਮਨ ਜਦ ਜੁੜਦਾ ਹੈ, ਇਹਨੂੰ ਜ਼ਹਿਰ ਚੜ੍ਹ ਰਹੀ ਹੈ। ਜਿਹਨੂੰ ਜ਼ਹਿਰ ਚੜ੍ਹਦੀ ਉਹ ਕੀ ਕਰਦਾ? ਅਮਲੀ ਵਾਂਗੂ ਸੌਂ ਜਾਂਦਾ। ਉਹ ਕਹਿੰਦੇ 2 ਅਮਲੀ ਪਏ ਸੀ। ਇੱਕ ਅਮਲੀ ਕਹਿੰਦਾ ਵੀ ਮੇਰੀ ਛਾਤੀ 'ਤੇ ਬੇਰ ਗਿਰਿਆ, ਵੀ ਯਾਰ ਮੇਰੇ ਮੂੰਹ 'ਚ ਪਾ ਦੇ। ਦੂਸਰਾ ਕਹਿੰਦਾ ਹਰਗਿਜ਼ ਨਹੀਂ। ਕਹਿੰਦਾ ਉਹ ਕਿਉਂ? ਕਹਿੰਦਾ ਜਦੋਂ ਮੇਰਾ 15 ਮਿੰਟ ਪਹਿਲਾਂ, ਇਹ ਗੱਲ ਮੈਂ ਹੁਣੇ ਸੁਣੀ ਹੈ ਕਿਸੇ ਤੋਂ, ਵੀ ਮੇਰਾ ਮੂੰਹ ਕੁੱਤਾ ਚੱਟ ਰਿਹਾ ਸੀ, ਤੂੰ ਹਟਾਇਆ ਸੀ। ਤੇ ਇਹ ਗੱਲ ਨਹੀਂ ਹੈ, ਇੰਨੀ ਸੁਸਤੀ ਨਹੀਂ ਦਿਖਾਉਣੀ। ਬਿਨ ਗੁਰ ਤ੍ਰਿਪਤ ਨਹੀਂ, ਭੁੱਖਿਆਂ ਭੁੱਖ ਨਾ ਉਤਰੇ। ਕਿਉਂ? ਪਿੱਛੇ ਗੁਰਪ੍ਰਸਾਦ ਆ ਗਿਆ। ਮੂਲ ਮੰਤਰ ਤੋਂ ਸਮਝ ਸਾਰੀ ਗੱਲ। ਮੂਲ ਮੰਤਰ ਦੇ ਵਿੱਚ ਅਰਥ ਹੈ ਸਾਰੇ ਇਹ। ਬਿਨ ਗੁਰ ਤ੍ਰਿਪਤ ਨਹੀਂ। ਜਦ ਤ੍ਰਿਪਤ ਨਹੀਂ ਕੀ ਕਰੂਗਾ? ਵਿਖੇ ਖਾਊਗਾ। ਪਤਾ ਹੀ ਨਹੀਂ ਹੈ ਵੀ ਉਹਦੇ ਵਿੱਚ ਜ਼ਹਿਰ ਹੈ। ਉਹਦੇ ਵਿੱਚ ਜੇ ਆਪਣਾ ਨੱਕ ਠੀਕ ਨਾ ਹੋਵੇ, ਆਪਾਂ ਖੱਟਾ ਦੁੱਧ ਪੀ ਜਾਵਾਂਗੇ,
ਉਹਨਾਂ ਦਾ ਸਰੀਰ ਹੀ ਖਰਾਬ ਹੋਊ, ਜੀ ਉਹ ਬਿਖ ਰੂਪ 'ਚ ਹੀ ਹੈ। ਬਿਨ ਗੁਰ ਬਿਸੀਅਰ ਦਸੈ ਮਰਵਾਟ। ਆਪਾਂ ਸਭ ਜਾਣਦੇ ਹਾਂ ਬਿਸੀਅਰ ਕੀ ਹੁੰਦਾ, ਸੱਪ ਹੁੰਦਾ। ਬਿਸੀਅਰ ਦੱਸੂਗਾ ਹੀ ਤੁਹਾਨੂੰ, ਮਰਵਾਟ ਰਾਹ 'ਚ ਹੀ ਮਰੋਗੇ, ਸਿਰੇ ਨਹੀਂ ਪਹੁੰਚ ਸਕਦੇ। ਹੁਣ ਦੇਖੋ ਗੁਰ ਦੀ ਕਿੰਨੀ, ਗੁਰ ਨੇ ਵਿਸ਼ ਕੱਢਣੀ ਤੁਹਾਡੇ ਅੰਦਰੋਂ, ਵਿਸ਼ ਭਰਮ ਰੂਪ ਹੈ, ਹੋਰ ਕੋਈ ਵਿਸ਼ ਨਹੀਂ ਹੈ ਮਨ ਨੂੰ। ਇਹਦੀ ਅਗਿਆਨਤਾ ਹੀ ਇਹਦੀ ਵਿਸ਼ ਬਣੀ ਹੋਈ ਹੈ। ਜਿਹੜਾ ਗੁਰ ਹੈ ਉਹ ਕੀ ਅਗਿਆਨ ਹੈ, ਉਹ ਗੁਰ ਗਿਆਨ ਘੱਟ ਬਲਿਆ। ਜਿਹੜਾ ਘੱਟ ਦੇ ਵਿੱਚ ਬਹੂਗਾ ਇਹ ਚਾਨਣਾ ਦਊਗਾ। ਨਾਨਕ ਬਿਨ ਗੁਰ ਘਾਟੇ ਘਾਟ, ਘਾਟਾ ਪੂਰਾ ਨਹੀਂ ਹੋਣਾ। ਆਤਮਾ ਨੇ ਆਤਮ ਨਾਲ ਨਹੀਂ ਜੁੜਨਾ, ਆਤਮ ਘਾਟੇ 'ਚ ਜਾਊਗਾ। ਇਹਦਾ ਘਾਟਾ ਪੂਰਾ ਕਿਵੇਂ ਕਰੇਗਾ? ਇਹਨੂੰ ਗਿਆਨ ਦੇ ਦੇ। ਇਹਦਾ ਸਰੂਪ ਗਿਆਨ ਦਾ ਹੈਗਾ, ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ। ਹਰ ਕੀ ਹੈ? ਗਿਆਨ ਹੀ ਹੈ। ਤੂੰ ਅਗਿਆਨਤਾ ਛੱਡ ਦੇ, ਗਿਆਨ ਤਾਂ ਤੇਰੇ ਕੋਲ ਪ੍ਰਬੋਧ ਕਰੇਗਾ, ਗਿਆਨ ਵਧੀ ਜਾਊਗਾ, ਤੇਰਾ ਗਿਆਨ ਹਰ ਦੇ ਬਰਾਬਰ ਹੋ ਜੂ, ਤੂੰ ਇੱਕ ਹੋ ਜਾਏਗਾ। ਇੱਕ ਹੋਣ ਦੀ ਉਹ ਖੇਡ ਹੈ। ਤੇ ਫਿਰ ਉਹ ਕਹਿੰਦੇ ਆ ਵੀ ਇੱਕ ਨਾ ਸਾਚ ਸ਼ਬਦ ਰਹਾਓ 'ਚ ਆਉਂਦਾ ਹੈ ਜੀ। ਹੁਣ ਸਾਚ ਸ਼ਬਦ ਆਉਂਦਾ ਗੁਰਬਾਣੀ 'ਚ ਲਗਭਗ 8 ਵਾਰ। ਆਪਾਂ ਸਾਚ ਸ਼ਬਦ 'ਤੇ ਬਸ ਵਿਚਾਰ ਕਰਕੇ ਦਰਸ਼ਕਾਂ ਨੂੰ ਸਿਰਫ ਇਹੀ ਸਾਂਝਾ ਕਰਨਾ ਵੀ ਆਹ ਸਾਚ ਸ਼ਬਦ ਦੀ ਇੰਪੋਰਟੈਂਸ ਹੈ। ਗੁਰਬਾਣੀ ਨੂੰ ਇਸ ਪੱਖੋਂ ਪੜ੍ਹੋ ਬਈ, ਤੁਸੀਂ ਇਹਦੀ ਸ਼ਬਦ ਦੀ ਪੂਜਾ ਨਾ ਕਰੋ, ਪੂਜਾ ਤਾਂ ਕਰਨੀ ਪਊਗੀ ਅਕਾਲ ਦੀ। ਉਹ ਪਰਚਾ ਸ਼ਬਦ ਤੋਂ ਲਓ ਤੁਸੀਂ। ਆਪਾਂ ਕਹਿੰਦੇ ਫਲਾਣੇ ਦਾ ਪਰਚਾ ਦਰਜ ਹੋ ਗਿਆ ਜੀ। ਪਰਚਾ ਕੀ ਹੁੰਦਾ? ਪਰਚਾ ਵੀ ਪਹਿਲੀ ਇਨਫੋਰਮੇਸ਼ਨ ਜਿਹੜੀ ਤੁਸੀਂ ਨੂੰ ਦਿੱਤੀ ਹੈ, FIR ਦਾ ਫਸਟ ਇਨਫੋਰਮੇਸ਼ਨ। ਫਸਟ ਤਾਂ ਹੀ ਤਾਂ ਮੈਂ ਕਿਹਾ ਵੀ ਪ੍ਰਾਇਮਰੀ ਸਕੂਲ ਤਾਂ ਗਏ ਹੀ ਨਹੀਂ। FIR ਤੇ ਲਿਖੀ ਨਹੀਂ, ਜੱਜ ਫਾਂਸੀ ਉਂਝ ਚੜਾ ਦੂ, ਕੇਸ ਹੀ ਨਹੀਂ ਚੱਲਣਾ। ਕੇਸ ਲਈ FIR ਚਾਹੀਦੀ, FIR ਪੜ੍ਹਾ ਰਹੇ ਸਾਨੂੰ। ਸਾਚ ਸ਼ਬਦ ਬਿਨ ਮਹਿਲ ਨਾ ਪਛਾਣੈ। ਸਾਡੇ ਕੋਲ ਇੱਕ ਮਹਿਲ ਹੈ ਸਾਡੇ ਅੰਦਰ। ਮਹਿਲ 'ਚ ਕੌਣ ਰਹਿੰਦਾ ਹੁੰਦਾ? ਰਾਜਾ। ਫਿਰ ਤੂੰ ਤਾਂ ਰਾਜਾ ਹੈ, ਤੂੰ ਰਾਜਾ ਹੈਗਾ। ਤੂੰ ਆਪਣਾ ਅਤੀਤ ਤਾਂ ਦੇਖ, ਤੂੰ ਉਸ ਰਾਜੇ ਦੀ ਕੁਲ 'ਚੋਂ ਆਇਆ। ਰਵਿਦਾਸ ਜੀ ਵੀ ਕਹਿੰਦੇ ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਸੁਪਨਾ ਤੋੜ ਦੇ। ਕੌਣ ਤੋੜੂਗਾ ਸੁਪਨਾ ਤੇਰਾ? ਸਾਚ ਸ਼ਬਦ ਤੋੜੂਗਾ। ਤੂੰ ਛੇਕ ਚਿੱਲੀ ਵਾਂਗੂ ਸੁਪਨੇ ਦੇਖੀ ਜਾਂਦਾ ਵੀ ਆਹ ਹੁਣ ਆਟਾ ਛੱਡਾਂਗੇ, ਉਹ 10 ਜਿਹੜੇ ਰੁਪਈਏ ਮਿਲਣਗੇ ਉਹ ਤਾਂ ਮੈਂ 5 ਆਂਡੇ ਲਾਊਂ, 1 ਮੁਰਗੀ ਲਾਊਂ, ਫਿਰ 50 ਮੁਰਗੀਆਂ ਹੋ ਜਾਣਗੀਆਂ, ਫਿਰ ਮੈਂ ਵੇਚੂੰਗਾ, ਫਿਰ ਮੈਂ ਅਮੀਰ ਹੋ ਜਾਊਂਗਾ, ਫਿਰ ਮੇਰਾ ਪਰਿਵਾਰ ਹੋ ਜਾਊਗਾ, ਫਿਰ ਮੇਰੀ ਘਰ ਵਾਲੀ ਆਊਗੀ। ਸੱਚ ਪਹਿਲਾਂ ਵੀ ਘਰ ਵਾਲੀ ਜੇ ਗੱਲ ਨਹੀਂ ਸੁਣੂਗੀ, ਮੈਂ ਉਹਨੂੰ ਐਂ ਪਤਾ ਨਹੀਂ ਕਹੂੰਗਾ, ਉਹਦਾ ਉੱਪਰੋਂ ਛੁੱਟ ਗਿਆ। ਉਹ ਜਿਹੜਾ ਆਟਾ ਲਈ ਜਾਂਦਾ ਸੀ ਕਿਸੇ ਦੀ ਮਜ਼ਦੂਰੀ ਦਾ, ਉਹ ਮਿੱਟੀ 'ਚ ਮਿਲ ਗਿਆ। ਉਹਨੂੰ ਪੁੱਛਦਾ ਵੀ ਭਾਈ ਤੂੰ ਆਟਾ ਮੇਰਾ ਮਿੱਟੀ 'ਚ ਮਿਲਾ ਦਿੱਤਾ। ਕਹਿੰਦਾ ਤੇਰਾ ਤਾਂ ਆਟਾ ਹੀ ਮਿਲਿਆ, ਮੇਰਾ ਤਾਂ ਪਰਿਵਾਰ ਹੀ ਮਿਲ ਗਿਆ ਮਿੱਟੀ 'ਚ। ਉਹ ਆਪਾਂ ਉਹੋ ਜਿਹੇ ਸੁਪਨੇ ਨਹੀਂ ਦੇਖਣੇ, ਸੱਚ ਦੇਖਣਾ, ਤੋਂ ਹਟ ਕੇ ਮਹਿਲ ਪਛਾਣਨਾ। ਫਿਰ ਕਹਿੰਦੇ ਮੈਂ ਹਰ ਕਾ ਨਾਮ, ਮੈਂ ਨਾਮ ਹਰ ਕਾ ਹਾਰ ਕੰਠੇ ਸੱਚ ਸ਼ਬਦ ਨਿਸ਼ਾਨੀਆਂ। ਜਿਵੇਂ ਹਾਰ ਰੱਖੀ ਨਾ ਕੰਠ 'ਚ ਪਰੋ ਕੇ, ਜੇ ਤੁਹਾਨੂੰ ਕੋਈ ਦੇ ਦੇਵੇ, ਤੁਸੀਂ ਉਹ ਮਹਿੰਗੀ ਚੀਜ਼ ਦੇ ਦੇ, ਆਪਾਂ ਗਲ 'ਤੇ ਕਿਉਂ ਪਾਉਂਦੇ ਉਹਨੂੰ? ਦਿਖਾਉਣ ਲਈ। ਤੇ ਇਹ ਜੇ ਕੰਠ ਆਪਣਾ ਉਹ ਉੱਚੇ ਵਚਨ ਚੰਗੇ ਬੋਲਣ ਲੱਗ ਜਾਵੇ, ਆਪਾਂ ਨੂੰ ਹਰੀ ਆਪਣਾ ਕੰਠ ਦੇ ਦੇਵੇ, ਉਹ ਤੋਂ ਜ਼ਿਆਦਾ ਤੁਸੀਂ ਕੀ ਮੰਗੋਗੇ? ਠੀਕ ਹੈ ਨਾ ਜੀ। ਤੁਸੀਂ ਹਰੀ ਦਾ ਕੰਠ ਮੰਗ ਰਹੇ ਹੋ। ਜਦ ਤੁਹਾਨੂੰ ਹਰੀ ਦਾ ਕੰਠ ਮਿਲ ਗਿਆ, ਤੁਹਾਡੇ ਅੰਦਰ ਸਾਚ ਸ਼ਬਦ ਕਰਕੇ ਨਿਸ਼ਾਨ ਵੱਜੂਗਾ। ਨਿਸ਼ਾਨ ਹੈਗਾ ਨਤਨਾਦ। ਸਾਜ ਸ਼ਬਦ ਤੋਂ ਬਿਨਾਂ ਤੁਹਾਨੂੰ ਨਿਸ਼ਾਨ ਨਹੀਂ ਸੁਣਨਾ। ਨਿਸ਼ਾਨ ਸ਼ਬਦ ਗੁਰੂ ਨੂੰ ਕਹਿੰਦੇ ਆ। ਅਸੀਂ ਸ਼ਾਇਦ ਨਿਸ਼ਾਨ ਸਾਹਿਬ ਦਾ ਅਰਥ ਨਹੀਂ ਸਮਝਦੇ। ਅਸੀਂ ਸੋਚਦੇ ਵੀ ਉਹ ਪੀਲਾ ਝੰਡਾ ਲਾ ਦਿੱਤਾ। ਉਹ ਪਹਿਲਾਂ ਕੇਸਰੀ ਹੁੰਦਾ ਸੀ। ਕੇਸਰ ਦਾ ਮਤਲਬ ਹੁੰਦਾ ਸ਼ੇਰ। ਸ਼ੇਰ? ਹਾਂਜੀ। ਅੱਛਾ ਜੀ। ਪੰਜਾਬ ਕੇਸਰੀ, ਪੰਜਾਬ ਦਾ ਸ਼ੇਰ। ਠੀਕ ਹੈ ਜੀ। ਪਹਿਲਵਾਨਾਂ ਨੂੰ ਦਿੱਤੀ ਜਾਂਦੀ ਸੀ ਵੀ ਆ ਇਹ ਪੰਜਾਬ ਕੇਸਰੀ। ਇਹਦਾ ਰੰਗ ਕੇਸਰੀ, ਜਿਹੜਾ ਬਸੰਤੀ ਕਹਿੰਦੀ ਆ। ਹਾਂ, ਕਿ ਪਰ ਕੇਸਰ ਦਾ ਮਤਲਬ ਹੈਗਾ ਉਹ ਸ਼ੇਰ ਦੇ ਰੰਗ ਦਾ ਹੋਣਾ ਚਾਹੀਦਾ। ਹਾਂਜੀ। ਜਿਹੋ ਜਿਹਾ ਟਾਈਗਰ ਹੁੰਦਾ ਜੀ, ਤਾਂ ਉਹ ਰੰਗ ਦਾ ਮਤਲਬ ਹੈਗਾ ਨਾ, ਗੁਣ ਹੈ ਰੰਗ 'ਚ ਵੀ ਇਹ ਸ਼ੇਰ ਹੈ। ਬੱਬਰ ਸ਼ੇਰ ਨਹੀਂ ਹੈ, ਸ਼ੇਰ ਦੀ ਸੈਂਸ ਆਉਂਦਾ ਉਹ। ਅਤੇ ਉਹ ਸ਼ੇਰ ਬਣ ਤੂੰ। ਸਿੰਘ ਕੀ ਲਾਇਆ ਹੋਇਆ ਨਾਲ? ਤਾਂ ਹੀ ਲਾਇਆ ਵੀ ਤੇਰੇ ਅੰਦਰ ਸ਼ਬਦ ਦੀ ਤਾਂ ਗੂੰਜ ਹੋਵੇ ਨਾ ਜੀ। ਸਿੰਘ ਉਂਝੋਂ ਨਹੀਂ ਲਾਤਾ ਸੀ,
ਸਿੰਘ ਤਾਂ ਲਾਇਆ ਵੀ ਤੇਰੇ ਅੰਦਰ ਸਿੰਘ ਦੀ ਦਿਹਾੜ ਆਵੇ, ਤੂੰ ਗਰਜੇ ਹੋਵੇਂ ਜਿਵੇਂ ਸ਼ਬਦ ਤੈਨੂੰ ਸੁਣਦਾ। ਸਾਧ ਸ਼ਬਦ ਨੇ ਮੁਕਤ ਨਾ ਕੋਈ। ਜੀ ਇਹ ਤਾਂ ਗੁਰੂ ਨਾਨਕ ਜੀ ਨੇ ਪੁੱਛਿਆ ਹੀ ਹੈ ਸਿੱਧਾ ਵੀ ਅੱਜ ਤਾਈਂ ਮੁਕਤ ਨਹੀਂ ਹੋਇਆ, ਸਾਧ ਸ਼ਬਦ ਲਿਆਓ ਕਿੱਥੇ ਆ? ਉਹ ਕਹਿੰਦੇ ਸਾਡੇ ਕੋਲ ਸਾਧ ਸ਼ਬਦ ਤਾਂ ਹੈ ਨਹੀਂ। ਜਿਵੇਂ ਗੋਰਾ ਸਿੱਖਾਂ ਨੂੰ ਆ ਕੇ ਕਹਿੰਦਾ ਵੀ ਡਿਕਸ਼ਨਰੀ ਲਿਆਓ ਕਿੱਥੇ ਆ? ਉਹ ਕਹਿੰਦੇ ਅਸੀਂ ਤਾਂ ਡਿਕਸ਼ਨਰੀ ਬਣਾਈ ਨਹੀਂ। ਕਹਿੰਦਾ ਫਿਰ ਬਾਣੀ ਕਿਵੇਂ ਸਮਝੋਗੇ? ਚਲੋ ਫਿਰ ਡਿਕਸ਼ਨਰੀ ਬਣੀ, ਉਹ ਤਾਂ ਆਪਾਂ ਫਾਇਦਾ ਉਠਾ ਰਹੇ ਹਾਂ। ਸਾਧ ਸ਼ਬਦ ਨੂੰ ਪੱਤ ਨਹੀਂ ਪਾਵੈ, ਇਹ ਗੁਰਬਾਣੀ ਦੱਸ ਰਹੀ ਹੈ ਪੱਤ ਕਿੱਥੇ ਪਾਉਣੀ ਹੈ। ਪੱਤ ਦਾ ਅਰਥ ਹੁੰਦਾ ਪੱਤਾ ਇੱਕ ਤਰ੍ਹਾਂ ਦਾ। ਜਦੋਂ ਤੁਸੀਂ ਬੀਜਦੇ ਹੋ ਬੂਟਾ, ਕੀ ਹੁੰਦਾ ਦੱਸੋ? ਪਹਿਲਾਂ ਦਾਣਾ ਕੀ ਹੁੰਦਾ ਕਿ ਦਾਣਾ ਖਾਕ ਮੇਂ ਮਿਲ ਕੇ ਗੁਲੇ ਗੁਲਜ਼ਾਰ ਹੋਤਾ ਹੈ, ਉਹਦੀ ਫਾਰਮ ਹੀ ਬਦਲ ਜਾਂਦੀ ਹੈ। ਤੇ ਉਹ ਜਦ ਫਾਰਮ ਬਦਲੂਗੀ ਨੂੰ ਪੱਤਾ ਹੁੰਦਾ। ਆਪਾਂ ਕਹਿੰਦੇ ਵੀ ਜੰਮੇ ਆਇਆ। ਜਦੋਂ ਤੁਸੀਂ ਦੇਖਦੇ ਹੋ ਜਾ ਕੇ, ਕੀ ਦੇਖਦੇ ਹੋ ਪਹਿਲਾਂ? ਬੂਟੇ ਪੁੰਗਰ ਦਾ ਸ਼ਬਦ ਵਰਤਦੇ। ਪੁੰਗਰ ਦਾ ਹੀ ਪੱਤ ਹੈ ਤੁਹਾਡੀ ਅਸਲ 'ਚ। ਉਹ ਇੱਜ਼ਤ ਵੀ ਹੈ, ਉਹ ਪੱਤਾ ਵੀ ਹੈ। ਉਹ ਕਹਿੰਦੇ ਪੁੰਗਰਨਾ ਹੀ ਨਹੀਂ ਹੈ ਉਹ ਤੋਂ ਬਿਨਾਂ ਤੋਂ, ਕਿਉਂਕਿ ਸਾਧ ਸ਼ਬਦ ਨੇ ਇੱਕ ਕਰਨਾ। ਇੱਜ਼ਤ ਕਾਹਦੇ ਨਾਲ? ਇੱਕ ਹੋਣ 'ਚ ਇੱਜ਼ਤ ਹੈ। ਜਦ ਪੱਤਾ ਦਿਖ ਗਿਆ, ਪਤਾ ਲੱਗ ਗਿਆ ਵੀ 10ਵੀਂ 'ਚ ਆ ਗਏ ਹੁਣ 90% ਮਾਰਕ, ਹੁਣ ਜਾਊ ਸਿੱਧਾ ਹੀ ਲਊਗਾ ਮੈਡੀਕਲ ਕਾਲਜ ਐਡਮਿਸ਼ਨ। ਉਹ ਪੱਤ ਜਿਹੜੀ ਹੈ ਉਹ ਸਾਧ ਸ਼ਬਦ ਨੇ ਪਾਉਣੀ ਸੀ। ਸਾਧ ਸ਼ਬਦ ਵੀ ਕਬੂ ਨਾ ਛੂਟਸ। ਹੁਣ ਇੰਨੀਆਂ ਜਦੋਂ ਬਾਣੀ ਪੜ੍ਹਦੇ ਹੋ ਇਹਨਾਂ ਗੱਲਾਂ ਦਾ ਖਿਆਲ ਰੱਖਿਓ ਭਾਈ, ਵੀ ਇਹਦਾ ਅਸਰ ਹੋਣਾ ਚਾਹੀਦਾ। ਸਾਧ ਸ਼ਬਦ ਬਿਨ ਕਬੂ ਨਾ ਕੋਈ ਨਹੀਂ ਛੁੱਟਿਆ, ਬਿਨ ਬਿਰਥਾ ਜਨਮ ਭਇਓ। ਜੇ ਬਾਣੀ ਪੜ੍ਹੀ ਹੋ ਜਾਣੀ ਹੈ, ਸਮਝਣੀ ਨਹੀਂ ਹੈ ਤਾਂ ਤੁਹਾਡਾ ਜਨਮ ਬਿਰਥਾ ਚਲੇ ਜਾਣਾ। ਸਾਧ ਸ਼ਬਦ ਹਿਰਦੇ ਮਨ ਮਾਹੇ। ਹੁਣ ਸਾਧ ਸ਼ਬਦ ਨੂੰ ਹਿਰਦੇ ਦੇ ਵਿੱਚ ਵਿਚਾਰਨਾ ਹੈ, ਮਨ ਦੇ ਵਿੱਚ ਹੈ। ਹਿਰਦਾ, ਮਨ ਕਿੱਥੇ ਹੈ? ਹਿਰਦੇ 'ਚ ਹੈ। ਉਹਨੂੰ ਮਨ ਦੇ ਵਿੱਚ ਇੱਕ ਬੈਠਾ ਹੈ ਮੂਲ, ਉਹਦੇ ਨਾਲ ਵਿਚਾਰੋ। ਬਾਹਰ ਤਾਂ ਗੱਲ ਛੱਡ ਦਿਓ ਤੁਸੀਂ। ਗਿਆਨ ਤਾਂ ਸਾਰਾ ਮੂਲ ਕੋਲ ਹੈ ਸਾਡਾ, ਬਾਹਰ ਤਾਂ ਇਨਫੋਰਮੇਸ਼ਨ ਹੈ, ਨੌਲੇਜ ਨਹੀਂ ਹੈ। ਤੁਹਾਡੀ ਆਪਣੀ ਨੌਲੇਜ ਤੁਹਾਡੇ ਮੂਲ ਕੋਲ ਆ। ਤਾਂ ਉਹ ਕਹਿੰਦੇ ਸਾਧ ਸ਼ਬਦ ਹਿਰਦੇ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਏ। ਪਹਿਲਾਂ ਵੀ ਤੁਹਾਨੂੰ ਇਹ ਜਨਮ ਮਿਲਿਆ ਹੋਊਗਾ, ਪਰ ਉਸ ਸਮੇਂ ਤੁਹਾਨੂੰ ਜਾਗਰਤੀ ਨਹੀਂ ਆਈ। ਉਹ ਕਹਿੰਦੇ ਕਿਲ ਵਿਖ ਜੇ ਗਵਾਉਣੇ ਆ, ਉਹ ਤੁਸੀਂ ਕਿਲ ਵਿਖ ਹੁੰਦੇ ਆ ਜਿਹੜੇ ਕਿਲ ਵਾਂਗੂ, ਕੰਡੇ ਵਾਂਗੂ ਅੰਦਰ ਚੁਭਦਾ। ਕੰਡਾ ਵੱਜ ਜਾਵੇ, ਥੋੜ੍ਹਾ ਜਿਹਾ ਵੀ ਰਹਿ ਜਾਵੇ, ਤੁਹਾਨੂੰ ਪਤਾ ਹੀ ਉਹਦਾ ਦਰਦ ਕਿੰਨਾ। ਹਉਮੈ ਤਾਂ ਇੰਨੀ ਕੁ ਰਹੇਗੀ, ਉਹਨੇ ਕੰਡੇ ਵਾਲ ਤੁਹਾਨੂੰ ਦੇਈ ਜਾਣਾ, ਰੜਕ ਦਿੰਦੀ ਰਹਿੰਦੀ, ਰੜਕ ਦਊਗੀ। ਰੜਕ ਕੱਢੋ ਬਈ। ਗੋਬਿੰਦ ਭਜੋ ਮੇਰੇ ਸਦਾ ਮੀਤ, ਸਾਧ ਸ਼ਬਨ ਕਰ ਸਦਾ ਪ੍ਰੀਤ। ਸਾਧ ਸ਼ਬਦ ਕਹਿਣਾ ਗੋਬਿੰਦ ਭਜੋ, ਵਾਹਿਗੁਰੂ ਅੱਖਰ ਨਾ ਰਟੋ। ਭਜੋ ਦਾ ਮਤਲਬ ਜੁੜੋ। ਗੋਬਿੰਦ ਕੋਲ ਜਿਹੜੇ ਗੁਣ ਉਦਾਹਰਨ ਕਰ ਲਓ। ਮੈਂ ਸੁਣਿਆ ਵੀ ਜਦੋਂ ਜ਼ਫਰਨਾਮਾ ਭੇਜਿਆ, ਨਾਲ ਇੱਕ ਹੱਥ ਲਿਖਤ ਕੁਰਾਨ ਭੇਜੀ ਸੀ। ਅੱਛਾ ਜੀ। ਔਰੰਗਜ਼ੇਬ ਦੀ ਵੀਕਨੈਸ ਪਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ, ਵੀ ਇਹ ਉਹ ਹੋਰ ਕੋਈ ਗਿਫਟ ਹੀ ਨਹੀਂ ਲੈਂਦਾ, ਪਰ ਕੁਰਾਨ ਲੈ ਲੈਂਦਾ। ਹੱਥ ਲਿਖਤੇ ਹੁੰਦੀਆਂ ਸੀ ਉਹਦੇ ਨਾਲ ਕੁਰਾਨ ਭੇਜਤੀ ਤੇ ਉਹ ਸਮਝ ਗਏ। ਇਹ ਜਿਹੀ ਇੱਕ ਗੱਲ ਹੋਈ ਹੈ, ਜਦੋਂ ਜਿਨਾ ਬਹੁਤ ਬਿਮਾਰ ਹੋ ਗਿਆ ਸੀ, ਮਰਨ ਕਿਨਾਰੇ ਆ ਗਿਆ ਸੀ, ਉਹ ਕਹਿੰਦੇ ਵੀ ਇਹ ਰੋਟੀ ਨਹੀਂ ਖਾ ਰਹੇ। ਉਹਨਾਂ ਨੇ ਸ਼ੈਫ ਲੱਭਿਆ ਜਿਹੜਾ ਬੰਬੇ 'ਚ ਉਹਨਾਂ ਦੇ ਕੋਲ ਰਿਹਾ, ਉਹਨੂੰ ਲੱਭ ਕੇ ਲਿਆ ਕੇ ਕਹਿੰਦੇ ਵੀ ਅੱਜ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ। ਜਦ ਉਹਨੇ ਭੋਜਨ ਦੇਖਿਆ, ਕਹਿੰਦਾ ਇਹ ਬੰਦਾ ਮੈਨੂੰ ਜਾਣਦਾ। ਅੱਛਾ, ਦੇਖੋ ਨਾ, ਉਹ ਭੋਜਨ ਤੇ ਪਛਾਣ ਲਿਆ। ਉਹ ਕਮਜ਼ੋਰੀ ਸੀ ਜੀ। ਉਵੇਂ ਦਾ ਸੰਭਾਸ਼ਣ ਪਤਾ ਸੀ। ਔਰੰਗਜ਼ੇਬ ਹੋ ਸਕਦਾ ਸਾਡੀ ਚਿੱਠੀ ਨਾ ਫੜੇ, ਨਾਲ ਕੁਰਾਨ ਭੇਜੋ। ਉਹ ਕਹਿੰਦਾ ਵੀ ਹੁਣ ਤਾਂ ਆਪਾਂ ਜ਼ਫਰਨਾਮਾ ਪੜ੍ਹੂੰਗਾ। ਇਹ ਜੋ ਇਹਨਾਂ ਨੇ ਵੀ ਭੇਜੀ, ਉਹ ਮੇਰੇ ਇੰਟਰਸਟ ਨੂੰ ਸਮਝਦੇ ਆ। ਇਹ ਵੀ ਅਕਲ ਹੈ, ਠੀਕ ਹੈ ਨਾ ਜੀ। ਜਾਓ ਜੇ ਆਪਾਂ ਕਹੀਏ ਉਹ ਕਿਉਂ ਪੜ੍ਹ ਲੈਣਗੇ? ਉਹ ਰਾਜ ਸ਼ਹਿਨਸ਼ਾਹ ਸੀ, ਚਾਹੇ ਮਨਮੁਖੇ ਸੀ, ਉਹਨਾਂ ਨੇ ਕੀ ਲੈਣਾ ਸੀ ਆਪਾਂ। ਪਰ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਜਿਹੜੇ ਇਹਨੇ ਭੇਜੀ ਹੈ ਉਹ ਮੈਨੂੰ ਅੰਦਰੂਨੀ ਤੌਰ 'ਤੇ ਜਾਣਦੇ ਆ। ਐਂ ਹੀ ਜਾਣਨਾ ਹੁੰਦਾ। ਭਜੋ ਗੋਬਿੰਦ ਭਜੋ ਮੇਰੇ ਸਦਾ ਮੀਤ, ਸਾਧ ਸ਼ਬਦ ਕਰ ਸਦਾ ਪ੍ਰੀਤ। ਇਹ ਨਹੀਂ ਵੀ ਸਵੇਰੇ ਕਰ ਲਿਆ ਨਿਤਨੇਮ, ਸਾਰਾ ਦਿਨ ਫਿਰੀ ਗਏ। ਸਦਾ ਪ੍ਰੀਤ ਕਿਵੇਂ ਕਰੋਗੇ? ਵਿਚਾਰ ਸ਼ਬਦ ਹੀ ਨਹੀਂ ਛੱਡ ਸਕਦੇ। 1 ਸਕਿੰਟ ਛੱਡਦਾ ਇਹਨੇ ਤ੍ਰਿਕੁਟੀ 'ਚ ਆ ਜਾਣਾ। 6 ਮਹੀਨੇ 1 ਸਕਿੰਟ ਦਾ ਟੁੱਟਿਆ ਹੋਇਆ 6 ਮਹੀਨੇ ਨਹੀਂ ਆਉਂਦਾ ਮਨ ਲੋਟ। ਇਹਨੂੰ 1 ਸਕਿੰਟ ਲਈ ਵੀ ਨਾ ਛੱਡੋ।
ਆਵਾ ਗੌਣ ਨਿਵਾਰ ਸਚ ਰਾਤੇ ਸਾ ਸ਼ਬਨ ਮਨ ਪਾਇਆ। ਜਪਜੀ ਚ ਆਪਾਂ ਹੁਣੇ ਕੀਤਾ ਸੀ ਪਿਛਲੀ ਕਿਸ਼ਤ 'ਚ, ਤੀਰ ਤਪ ਦਇਆ ਦਾ ਦਾਨ ਜੇ ਕੋ ਪਾਵੇ ਤਿਲਕਾ ਮਾਂ। ਕਿਸੇ ਨੂੰ ਨਹੀਂ ਮਿਲਿਆ। ਮਿਲੂਗਾ ਕਿਵੇਂ? ਸਾਧ ਸ਼ਬਦ ਕੋਲ ਹੋਵੇ, ਸੁਣਿਆ ਮੰਨਿਆ। ਮਨ ਤੇ ਸਿਆਰੀ ਲੱਗੀ ਆ ਜੀ, ਮਨ ਦੇ ਵਿੱਚ ਜਿਹੜਾ ਬੈਠਾ ਉਹਦੇ ਨਾਲ ਭਾਵ ਕਰੋ, ਹਰੀ ਬੈਠਾ। ਆਹੀ ਕਹਿੰਦੇ ਸਾਧ ਸ਼ਬਦ ਮਨ ਦੇ ਵਿੱਚ ਜਿਹੜਾ ਬੈਠਾ ਉਹਦੇ ਨਾਲ ਪ੍ਰੇਮ ਹੋ ਜਾਵੇ। ਇਸ ਤਰ੍ਹਾਂ ਇਹਨੂੰ ਪ੍ਰੇਮ ਨਾਲ ਪੜ੍ਹੋ। ਜੀ, ਫਿਰ ਅਖੀਰੀ ਪੰਕਤੀ ਹੈ, ਸਾਧ ਸ਼ਬਦ ਸਿਉ ਲਾਗੀ ਪ੍ਰੀਤ ਹਰ ਪ੍ਰਭ ਆਪਣਾ ਆਇਆ ਚੀਤ। ਹੋਰ ਦੁਨੀਆ ਦਾ ਕੋਈ ਗਿਆਨ ਆਪਣਾ ਹਰ ਪ੍ਰਭ ਹੈ। ਦੇਖੋ ਤੁਹਾਡਾ ਆਪਣੇ ਹਰ ਪ੍ਰਭ ਨਾਲ ਜੁੜਨਾ। ਮੈਂ ਗੁਰੂ ਨਾਨਕ ਜੀ ਨੂੰ ਧੰਨ ਕਹਿ ਕੇ ਕੀ ਖੱਟੂੰਗਾ? ਉਹ ਤਾਂ ਸੀਗੇ ਧੰਨ, ਉਹ ਤਾਂ ਕਹਿੰਦੇ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ। ਮੇਰਾ ਉਹਨਾਂ ਦਾ ਕਿਹੜੇ ਵਾਧਾ ਹੋ ਜਾਣਾ, ਜਾਂ ਜੇ ਆਪਾਂ ਕਹਿਣਗੇ ਉਹ ਠੀਕ ਨਹੀਂ ਸੀ, ਉਹਨਾਂ ਦਾ ਕਿਹੜੇ ਨੁਕਸਾਨ ਹੋ ਜਾਣਾ। ਮੈਂ ਆਪਣੇ ਮੂਲ ਨੂੰ ਧੰਨ ਕਿਉਂ ਨਹੀਂ ਕਹਿੰਦਾ? ਮੇਰੇ ਵਿੱਚ ਵੀ ਤਾਂ ਉਹੀ ਮੂਲ ਹੈ ਜੋ ਨਾਨਕ ਜੀ ਵਿੱਚ ਸੀਗਾ। ਮੈਂ ਆਪਣੇ ਮੂਲ ਨੂੰ ਸਰਾਵਾਂ। ਸਤਿਗੁਰ ਵੱਡਾ ਕਰਸਾਲਾ ਹੀ ਹੈ। ਸਤਿਗੁਰ ਤਾਂ ਮੇਰੇ ਅੰਦਰ ਹੈ। ਉਹ ਆਸਾ ਸ਼ਬਦ ਸਤਿਗੁਰ ਦੀ ਉਹ ਕਰਾਉਂਦਾ। ਉਹਦੇ ਨਾਲ ਸਾਨੂੰ ਜਿਹੜਾ ਹੈਗਾ ਵੀ ਇਹ ਬਾਣੀ ਨੂੰ ਜਿੰਨਾ ਆਪਾਂ ਦੱਸਿਆ ਇਸੇ ਤਰ੍ਹਾਂ ਇਹਨੂੰ ਸਮਝਣਾ।